ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸੰਗਤ ਜੀ, ਅੱਜ ਅਸੀਂ ਸੇਵਾ ਦੇ ਬਾਰੇ ਆਪ ਜੀ ਦੇ ਚਰਨਾਂ ਵਿੱਚ ਬੜੀ ਸੂਖਸ਼ਮ ਜੀ ਵਿਚਾਰ ਸਤਿਗੁਰੂ ਦਾ ਆਸਰਾ ਲੈ ਕੇ ਕਰਾਂਗੇ। ਆਪਣੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚ ਕੇ ਉਹਨਾਂ ਦੀ ਆਗਿਆ ਅਨੁਸਾਰ ਜਲ ਲਿਆ ਕੇ ਇਸ਼ਨਾਨ ਕਰਾਉਣਾ, ਪੱਖਾ ਝੱਲਣਾ, ਝਾੜੂ ਫੇਰਨਾ, ਗੁਰ ਅਸਥਾਨ ਦਾ ਇਸ਼ਨਾਨਦਾਇਕ ਕਰਾਉਣਾ, ਪੂਜਾ ਆਦਿਕ ਕਰਨੀ, ਭੇਟਾ ਚੜਾਉਣੀ, ਇਹੋ ਜਿਹੇ ਕੰਮਾਂ ਦੇ ਕਰਨ ਨੂੰ ਸੇਵਾ ਕਹਿੰਦੇ ਹਨ। ਇਸੇ ਤਰ੍ਹਾਂ ਆਪ ਤੋਂ ਵੱਡਿਆਂ ਦੀ ਆਗਿਆ ਪਾਲਣ ਕਰਨੀ, ਗਰੀਬਾਂ, ਅਨਾਥਾਂ ਤੇ ਦਇਆ ਕਰਕੇ ਉਹਨਾਂ ਦੀ ਸਹਾਇਤਾ ਕਰਨੀ, ਇਹ ਵੀ ਸੇਵਾ ਕਹੀ ਜਾਂਦੀ ਹੈ। ਦੁਨੀਆ ਵਿੱਚ ਆ ਕੇ ਸੇਵਾ ਕਰਨੀ ਬੜੀ ਜ਼ਰੂਰੀ ਹੈ, ਕਿਉਂਕਿ ਪਹਿਲੇ ਪਾਤਸ਼ਾਹ ਜੀ ਨੇ ਸ੍ਰੀ ਰਾਗ ਵਿੱਚ ਫਰਮਾਇਆ ਹੈ, ਵਿੱਚ ਦੁਨੀਆ ਸੇਵ ਕਮਾਈਐ, ਤਾ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹ ਲੁਡਾਈਐ। ਸੇਵਾ ਤਾਂ ਹੀ ਹੋ ਸਕਦੀ ਹੈ ਜਦ ਮਨ ਨੀਵਾਂ ਹੋਵੇ, ਤੇ ਮਨ ਨੀਵਾਂ ਹੋਣ ਕਰਕੇ ਅਹੰਕਾਰ ਆਦਿਕ ਸਹਿਤ ਆਸਰੀ ਸੰਪਰਦਾ ਦੇ ਗੁਣ ਦੂਰ ਹੋ ਜਾਂਦੇ ਹਨ ਤੇ ਮਨ ਪਵਿੱਤਰ ਹੋ ਜਾਂਦਾ ਹੈ। ਸੋ ਮਨ ਦੇ ਨਿਰਮਲ ਹੋਣ ਨਾਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਤੇ ਗਿਆਨ ਦੀ ਪ੍ਰਾਪਤੀ ਹੋਣ ਕਰਕੇ ਵਾਹਿਗੁਰੂ ਨਾਲ ਪ੍ਰੇਮ ਲੱਗਦਾ ਹੈ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਜਗ੍ਹਾ ਢੋਈ ਮਿਲਦੀ ਹੈ। ਸੋ ਸੇਵਾ ਕਰਨ ਵਾਲਾ ਜੀਵ ਜਿਸ ਨੇ ਸੇਵਾ ਲਈ ਆਪਣਾ ਆਪ ਅਰਪਣ ਕਰ ਦਿੱਤਾ ਹੈ, ਇਹ ਹੀ ਦੁਨੀਆ ਵਿੱਚ ਸਫਲਾ ਹੈ। ਇਸੇ ਵਾਸਤੇ ਭਾਈ ਗੁਰਦਾਸ ਜੀ ਨੇ ਸਰੀਰ ਦੇ ਅੰਗਾਂ ਦੀ ਸਫਲਤਾ ਹੋਣੀ ਇਸ ਪ੍ਰਕਾਰ ਦੱਸੀ ਹੈ। ਚਿਰੰਕਾਰ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸਰਨ ਕੈ, ਲੋਚਨ ਅਮੋਲ ਗੁਰ ਦਰਸ ਅਮੋਲ ਪੇਖੈ, ਸ਼ਰਵਨ ਅਮੋਲ ਗੁਰ ਬਚਨ ਸ਼ਰਵਨ ਕੈ, ਨਾਸਕ ਅਮੋਲ ਗੁਰ ਚਰਨਾਰ ਬਿੰਦ ਬਾਸਨਾ ਕੈ, ਰਸਨਾ ਅਮੋਲ ਗੁਰ ਮੰਤਰ ਸਿਮਰਨ ਕੈ, ਹਸਤ ਅਮੋਲ ਗੁਰ ਦੇਵ ਸੇਵ ਕੋ ਸਫਲ, ਚਰਨ ਅਮੋਲ ਪਰ ਦਸ਼ਨਾ ਕਰਨ ਕੈ। ਸੋ ਭਾਈ ਸਾਹਿਬ ਜੀ ਦੱਸਦੇ ਹਨ ਕਿ ਇਹ ਸਾਰਾ ਸਰੀਰ ਸੇਵਾ ਕਰਕੇ ਹੀ ਸਫਲਾ ਹੋ ਸਕਦਾ ਹੈ। ਜੇ ਸੇਵਾ ਨਹੀਂ ਕਰਦਾ ਤਾਂ ਭਾਈ ਗੁਰਦਾਸ ਜੀ ਆਪਣੀ 27ਵੀਂ ਵਾਰ ਵਿੱਚ ਫਰਮਾਉਂਦੇ ਹਨ, ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ। ਇਸ ਦਾ ਜੀਉਣਾ ਹੀ ਸੇਵਾ ਤੋਂ ਬਿਨਾਂ ਨਿਸਫਲ ਹੈ, ਤੇ ਹੋਰ ਕਰਨੀਆਂ ਨਾਮ ਵੱਡਾ ਕਰਾਉਣਾ, ਕਈ ਤਰ੍ਹਾਂ ਦਾਨ ਆਦਿਕ ਕਰਨੇ ਵੀ ਬਿਰਥੀਆਂ ਹਨ। ਸੋ ਸੇਵਾ ਕਰਨੀ ਸਭ ਤੋਂ ਚੰਗੀ ਗੱਲ ਹੈ। ਜੈਸੇ ਪੰਜਾਬੀ ਕਹਾਵਤ ਹੈ, ਕਰ ਸੇਵਾ ਤੇ ਖਾਹ ਮੇਵਾ, ਤਾਂ ਤੇ ਗੁਰੂ ਘਰ ਦੇ ਵਿੱਚ ਸੇਵਾ ਹੀ ਮੁੱਖ ਰੱਖੀ ਗਈ ਹੈ। ਜੈਸੇ ਸਤਿਗੁਰੂ ਨਾਨਕ ਦੇਵ ਜੀ ਦੇ ਹਜੂਰ ਬਾਬੇ ਲਹਿਣੇ ਗੁਰੂ ਅੰਗਦ ਦੇਵ ਜੀ ਨੇ ਸੇਵਾ ਕਰਕੇ ਦਿਖਾਈ, ਤੇ ਉਹਨਾਂ ਦੇ ਹਜੂਰ ਗੁਰੂ ਅਮਰਦਾਸ ਜੀ ਨੇ ਸੇਵਾ ਕਰਕੇ ਦਿਖਾਈ, ਤੇ ਉਹਨਾਂ ਦੇ ਹਜੂਰ ਗੁਰੂ ਰਾਮਦਾਸ ਸਾਹਿਬ ਜੀ ਨੇ ਸੇਵਾ ਕਰਕੇ ਦਿਖਾਈ। ਇਸੇ ਵਾਸਤੇ ਗੁਰੂ ਜੀ ਨੇ ਸੇਵਾ ਦੀ ਬਾਬਤ ਗੌਂਡ ਰਾਗ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਫਰਮਾਉਂਦੇ ਹਨ, ਨੇਹ ਕਪਟ ਸੇਵਾ ਕੀਜੈ ਹਰ ਕੇਰੀ, ਤਾਂ ਮੇਰੇ ਮਨ ਸਰਬ ਸੁਖ ਪਾਈਐ। ਗੁਰੂ ਸਾਹਿਬ ਜੀ ਪ੍ਰਭਾਤੀ ਰਾਗ ਵਿੱਚ ਵੀ ਪਹਿਲੇ ਪਾਤਸ਼ਾਹ ਫਰਮਾਉਂਦੇ ਹਨ, ਤੁਧ ਸਾ ਲਾਹਨ ਤਿੰਨ ਧਨ ਪੱਲੇ,
ਨਾਨਕ ਕਾ ਧਨ ਸੋਈ, ਜੇ ਕੋ ਜਿਉ ਕਹਿ ਉਹਨਾਂ ਕੋ, ਜਮ ਕੀ ਤਲਬ ਨ ਹੋਈ। ਫਿਰ ਮਾਝ ਰਾਗ ਵਿੱਚ ਪੰਚਮ ਪਾਤਸ਼ਾਹ ਫਰਮਾਉਂਦੇ ਹਨ, ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੈ, ਨੈਣ ਨਿਹਾਲੀ ਤਿਸ ਪੁਰਖ ਦਇਆਲੈ, ਮਨ ਦੇਵਾ ਤਿਸ ਆਪਣੇ ਸਾਜਨ, ਜਿਨ ਗੁਰ ਮਿਲ ਸੋ ਪ੍ਰਭ ਲਾਦੇ ਜਿਉ। ਫਿਰ ਸ੍ਰੀ ਰਾਗ ਵਿੱਚ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਸਤ ਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ, ਸ਼ਬਦ ਮਿਲਹਿ ਤਾ ਹਰ ਮਿਲੈ, ਸੇਵਾ ਪਵੈ ਸਭ ਥਾਏ। ਪੰਚਮ ਪਾਤਸ਼ਾਹ ਵੀ ਸ੍ਰੀ ਰਾਗ ਵਿੱਚ ਫਰਮਾਉਂਦੇ ਹਨ, ਮੈਂ ਬੱਧੀ ਸੱਚ ਧਰਮਸਾਲ ਹੈ, ਗੁਰ ਸਿੱਖਾ ਲਹਿਦਾ ਭਾਲ ਕੈ, ਪੈਰ ਧੋਵਾ ਪੱਖਾ ਫੇਰਦਾ, ਤਿਸ ਨਿਵ ਨਿਵ ਲੱਗਾ ਪਾਏ ਜਿਉ। ਗੌੜੀ ਪੂਰਬੀ ਵਿੱਚ ਚੌਥੇ ਪਾਤਸ਼ਾਹ ਵੀ ਫਰਮਾਉਂਦੇ ਹਨ, ਹਮ ਮਲ ਮਲ ਧੋਵਹਿ ਪਾਵ ਗੁਰੂ ਕੇ, ਜੋ ਹਰ ਹਰ ਕਥਾ ਸੁਣਾਵੈ। ਫਿਰ ਗੌੜੀ ਮਹੱਲਾ ਪੰਜਵਾ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ, ਤਿਸ ਗੁਰ ਕੋ ਚੁਲਾਵੋ ਪਾਖਾ, ਮਹਾ ਅਗਨ ਤੇ ਹਾਥ ਦੇ ਰਾਖਾ, ਤਿਸ ਗੁਰ ਕੈ ਗ੍ਰਹਿ ਢੋਵੋ ਪਾਣੀ, ਜਿਸ ਗੁਰ ਤੇ ਅਕਲ ਗਤ ਜਾਣੀ, ਤਿਸ ਗੁਰ ਕੈ ਗ੍ਰਹਿ ਪੀਸੋ ਨੀਤ, ਜਿਸ ਪ੍ਰਸਾਦ ਵੈਰੀ ਸਭ ਮੀਤ। ਇਸੇ ਤਰ੍ਹਾਂ ਗੌੜੀ ਬਾਵਨ ਅੱਖਰੀ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ, ਟਹਿਲ ਮਹਿਲ ਤਾਕੋ ਮਿਲੈ, ਜਾ ਕੋ ਸਾਧ ਕਿਰਪਾਲ। ਸੁਖਮਨੀ ਸਾਹਿਬ ਵਿੱਚ ਵੀ ਸਤਿਗੁਰੂ ਫਰਮਾਉਂਦੇ ਹਨ, ਚਾਰ ਪਦਾਰਥ ਜੇ ਕੋ ਮਾਗੈ, ਸਾਧ ਜਨਾਂ ਕੀ ਸੇਵਾ ਲਾਗੈ। ਇਸੇ ਤਰ੍ਹਾਂ ਪਹਿਲੇ ਪਾਤਸ਼ਾਹ ਆਸਾ ਜੀ ਦੀ ਵਾਰ ਵਿੱਚ ਫਰਮਾਉਂਦੇ ਹਨ, ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ, ਓਨੀ ਮੰਦੈ ਪੈਰ ਨ ਰੱਖਿਓ, ਕਰ ਸੋ ਕ੍ਰਿਤ ਧਰਮ ਕਮਾਇਆ। ਫਿਰ ਗੂਜਰੀ ਦੀ ਵਾਰ ਵਿੱਚ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਬਦ ਹੈ, ਕਮਾਵਾ ਤਿਨ ਕੀ ਕਾਰ, ਸਰੀਰ ਪਵਿੱਤ ਹੋਏ, ਪੱਖਾ ਪਾਣੀ ਪੀਸ, ਬਿਗਸਾ ਪੈਰ ਧੋਏ, ਆਪੋ ਕਛੂ ਨ ਹੋਏ, ਪ੍ਰਭ ਨਦਰ ਨਿਹਾਲੀਐ, ਮੋਹਿ ਨਿਰਗੁਣ ਦਿਚੈ ਥਾਉ, ਸੰਤ ਧਰਮਸਾਲੀਐ। ਸੋਰਠ ਕੀ ਵਾਰ ਵਿੱਚ ਵੀ ਚੌਥੇ ਗੁਰਦੇਵ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਫਰਮਾਉਂਦੇ ਹਨ, ਹਸਤੀ ਸਿਰ ਜਿਉ ਅੰਕਸ ਹੈ, ਅਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ, ਊਬੀ ਸੇਵ ਕਰੇ, ਇਉ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾ ਲੇ। ਬਿਹਾਗੜਾ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ 811 ਅੰਗ ਤੇ ਫਰਮਾਉਂਦੇ ਹਨ, ਪਾਣੀ ਪੱਖਾ ਪੀਸ ਦਾਸ ਕੈ, ਤਬ ਹੋਹਿ ਨਿਹਾਲ, ਰਾਜ ਮਿਲਖ ਸਿਕਦਾਰੀਆ, ਅਗਨੀ ਮਹਿ ਜਾਲ। ਇਹ ਉੱਪਰ ਲਿਖੇ ਸ਼ੁਭ ਉਪਦੇਸ਼ ਗੁਰੂ ਜੀ ਨੇ ਸੇਵਾ ਕਰਨ ਲਈ ਦੱਸੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਘਰ ਵਿੱਚ ਸੇਵਾ ਕਰਨੀ ਕਿਤਨੀ ਜ਼ਰੂਰੀ ਹੈ। ਸਤਿਗੁਰੂ ਜੀ ਨੇ ਅਨਿੰਨ ਸਿੱਖ ਭਾਈ ਗੁਰਦਾਸ ਜੀ, ਜਿਨ੍ਹਾਂ ਦੀ ਬਾਣੀ ਨੂੰ ਗੁਰੂ ਜੀ ਨੇ ਗੁਰਬਾਣੀ ਦੀ ਕੁੰਜੀ ਹੋਣ ਦਾ ਵਰ ਦਿੱਤਾ ਹੋਇਆ ਹੈ, ਸੇਵਾ ਕਰਨ ਲਈ ਉਹ ਆਪਣੀ ਵਾਰ 6ਵੀਂ ਵਿੱਚ ਇਉਂ ਲਿਖਦੇ ਹਨ, ਗੁਰਮੁਖ ਹੱਥ ਸਕੱਥ, ਹਨ ਸਾਧ ਸੰਗਤ ਗੁਰ ਕਾਰ ਕਮਾਵੈ, ਪਾਣੀ ਪੱਖਾ ਪੀਣਾ, ਪੈਰ ਧੋਏ ਚਰਣਾ ਮਤ ਪਾਵੈ, ਗੁਰਬਾਣੀ ਲਿਖ ਪੋਥੀਆਂ, ਤਾਲ ਮਿਰਦੰਗ ਰਬਾਬ ਵਜਾਵੈ, ਨਮਸਕਾਰ ਡੰਡੌਤ ਕਰ, ਗੁਰ ਭਾਈ ਗਲ ਮਿਲ ਗਲ ਲਾਵੈ, ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੈ। ਪਾਰਸ ਪਰਸ ਅਪਰਸ ਹੋਏ, ਪਰ ਤਨ ਪਰ ਧਨ ਹੱਥ ਨ ਲਾਵੈ,
ਗੁਰ ਸਿੱਖ ਪੂਜਕੈ, ਭਾਏ ਭਗਤ ਪੈ ਭਾਣਾ ਭਾਵੈ, ਆਪ ਗਵਾਏ ਨਾ ਆਪ ਗਵਾਵੈ। ਅੱਗੇ ਫਿਰ ਭਾਈ ਗੁਰਦਾਸ ਜੀ ਆਪਣੀ ਵਾਰ 40ਵੀਂ ਵਿੱਚ ਵੀ ਲਿਖਦੇ ਹਨ, ਗੁਰਸਿੱਖ ਭਲਕੇ ਉੱਠ ਕਰ, ਅੰਮ੍ਰਿਤ ਵੇਲੇ ਸਰ ਨਾਵੰਦਾ, ਗੁਰ ਕੈ ਬਚਨ ਉਚਾਰ ਕੈ, ਧਰਮਸਾਲ ਦੀ ਸੁਰਤ ਕਰੰਦਾ, ਸਾਧ ਸੰਗਤ ਵਿੱਚ ਜਾਏ ਕੈ, ਗੁਰਬਾਣੀ ਦੇ ਪ੍ਰੀਤ ਸੁਣੰਦਾ, ਸੰਕਾ ਮਨੋਂ ਮਿਟਾਏ ਕੈ, ਗੁਰ ਸਿੱਖਾਂ ਦੀ ਸੇਵ ਕਰੰਦਾ, ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸਾਦ ਆਣ ਵਰਤੰਦਾ, ਗੁਰ ਸਿੱਖਾਂ ਨੂੰ ਦੇ ਕਰ, ਪਿੱਛੋਂ ਬਚਿਆ ਆਪ ਖਵੰਦਾ, ਕਲੀ ਕਾਲ ਪਰਗਾਸ ਕਰ, ਗੁਰ ਚੇਲਾ ਚੇਲਾ ਗੁਰ ਸੰਦਾ, ਗੁਰਮੁਖ ਗਾਡੀ ਰਾਹ ਚਲੰਦਾ। ਇਸੇ ਤਰ੍ਹਾਂ ਇੱਕ ਹੋਰ ਪੌੜੀ ਵਿੱਚ ਭਾਈ ਗੁਰਦਾਸ ਜੀ ਦੱਸਦੇ ਹਨ, ਇਹ ਵਾਰ 27ਵੀਂ ਹੈ, ਪੌੜੀ 19ਵੀਂ ਹੈ। ਪੈਰੀ ਪੈ ਪਾ ਖਾਕ ਹੋਈ, ਛੱਡ ਮਣੀ ਮਨੂਰੀ, ਪਾਣੀ ਪੱਖਾ ਪੀਣਾ, ਨਿਤ ਕਰੈ ਮਜੂਰੀ, ਤੱਪੜ ਝਾੜ ਵਛਾਏਂਦਾ, ਚੁੱਲ ਝੋਕ ਨ ਝੂਰੀ, ਮੁਰਦੇ ਵਾਂਗ ਮਰੀਦ ਹੋਏ, ਕਰ ਸਿਦਕ ਸਬੂਰੀ, ਚੰਦਨ ਹੋਵੈ ਸਿਮਲਹੁ, ਫਲ ਵਾਸ ਹਜੂਰੀ, ਪੀਰ ਮੁਰੀਦਾਂ ਪਿਰਹੜੀ, ਗੁਰਮੁਖ ਮਤ ਪੂਰੀ। ਸੋ ਇਹਨਾਂ ਸ਼ਬਦਾਂ ਦੁਆਰਾ ਗੁਰਸਿੱਖਾਂ ਦੇ ਲੱਛਣ ਭਾਈ ਗੁਰਦਾਸ ਜੀ ਨੇ ਦੱਸੇ ਹਨ ਤੇ ਗੁਰੂ ਜੀ ਦੇ ਸਿੱਖ ਸੇਵਾ ਵਿੱਚ ਲੱਗ ਕੇ ਆਪਣਾ ਜੀਵਨ ਸਫਲਾ ਕਰਦੇ ਹਨ। ਇਸੇ ਤਰ੍ਹਾਂ ਗੁਰੂ ਘਰ ਦੇ ਇਤਿਹਾਸ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਸੇਵਾ ਕਰਨੀ ਕਿਤਨੀ ਉੱਤਮ ਹੈ। ਜੈਸੇ ਇਤਿਹਾਸ ਵਿੱਚ ਬਹੁਤ ਜਗ੍ਹਾ ਸੇਵਾ ਕਰਨ ਦਾ ਜ਼ਿਕਰ ਆਉਂਦਾ ਹੈ। ਜਨਮ ਸਾਖੀ ਭਾਈ ਬਾਲੇ ਵਾਲੀ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਚਨ ਕਰਦੇ ਹਨ, ਹਰ ਇੱਕ ਧਰਮਸਾਲ ਮੇਂ ਜੋ ਕੋਈ ਸੇਵਾ ਕਰੇਗਾ, ਜਲ ਭਰੇਗਾ, ਦੀਪਕ ਜਗਾਵੇਗਾ, ਝਾੜੂ ਸੂਹਣੀ ਕਰੇਗਾ, ਉਸ ਦਾ ਮਨ ਨਿਰਮਲ ਹੋਵੇਗਾ, ਪਾਪ ਦੂਰ ਹੋਵਣਗੇ, ਅੰਤ ਸਮੇਂ ਸਦਗਤੀ ਦਾ ਅਧਿਕਾਰੀ ਹੋਵੇਗਾ, ਸਤਨਾਮ ਸਿਮਰੇਗਾ, ਸੇ ਸਰਬ ਸੁੱਖਾਂ ਦਾ ਅਧਿਕਾਰੀ ਹੋਵੇਗਾ। ਗਿਆਨ ਰਤਨਾਵਲੀ ਵਿੱਚੋਂ ਇੱਕ ਸਮੇਂ ਭਾਈ ਮਰਦਾਨੇ ਨੇ ਆਪਣੀ ਨੂੰਹ ਨੂੰ ਇਹ ਉਪਦੇਸ਼ ਦਿੱਤਾ ਅਤੇ ਕਿਹਾ, ਹੈ ਪੁੱਤਰੀ, ਤੂੰ ਇਹ 3 ਬਾਤਾਂ ਜ਼ਰੂਰ ਕਰ। ਇੱਕ, ਸਿਰ ਤੇ ਕੇਸ ਰੱਖਣੇ। ਦੂਜੀ, ਪਿਛਲੀ ਰਾਤੀ ਸਤਨਾਮ ਦਾ ਜਾਪ ਕਰਨਾ। ਤੀਸਰੀ ਇਹ ਕਿ ਆਮਦੇ ਜਾਂਦੇ ਸਾਧ ਸੰਗਤ ਦੀ ਸੇਵਾ ਕਰਨੀ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਇੱਕ ਸਮੇਂ ਗੁਰੂ ਰਾਮਦਾਸ ਸਾਹਿਬ ਜੀ ਦੇ ਹਜੂਰ ਸਿੱਖਾਂ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ, ਸਾਨੂੰ ਉਹ ਰਸਤਾ ਦੱਸੋ ਜਿਸ ਰਸਤੇ ਚੱਲਣ ਕਰਕੇ ਸਾਡੀ ਕਲਿਆਣ ਹੋਵੇ। ਤਦ ਉਹਨਾਂ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਪ੍ਰਸੰਗ ਲਿਖਦੇ ਹਨ। ਰਾਸ ਪਹਿਲੀ, ਅਧਿਆਏ 64ਵਾਂ ਹੈ। ਚੌਪਈ, ਰਾਮਦਾਸ ਸਤਿਗੁਰੂ ਉਚਾਰਾ, ਪ੍ਰਿਥਮ ਤਜੋ ਮਨ ਕੋ ਹੰਕਾਰਾ। ਗਹੋ ਨਿਮਰਤਾ ਤਿਆਗੋ ਮਤਸਰ, ਕਰੋ ਨ ਨਿੰਦਾ ਅਵਗਨ ਪਰ ਹਰ। ਜੋ ਘਰ ਆਇਓ ਸਿੱਖ ਨਹਿਰੀ ਅਹਿ, ਨਿਜ ਨਿਜ ਘਰ ਤੇ ਸੇਵਾ ਕਰੀਐ। ਭੋਜਨ ਬਸਤਰ ਭਾਉ ਧਰ ਦੀਜੈ, ਮਨ ਹੈ ਬਾਕ ਨ ਫੇਰਨ ਕੀਜੈ। ਜੋ ਸਿੱਖ ਕੋ ਹੋਏ ਕਾਜ ਬਡੇਰਾ, ਬਿਨ ਧਨ ਸਰਹਿ ਨ ਜੋ ਅਸਹੇਰਾ। ਸਭ ਮਿਲ ਕਰ ਉਚਰੋ ਅਰਦਾਸ, ਸਭ ਤੇ ਇੱਕ ਬਲ ਕਰ ਨਿਜ ਪਾਸ। ਸਿੱਖ ਕੋ ਕਾਰਜ ਦੀਜਹਿ ਸਾਰ, ਤਦ ਪ੍ਰਾਪਤ ਤੁਮ ਕੋ ਸੁਖ ਕਾਰ। ਜਹ ਸਤ ਸੰਗਤ ਕੋ ਸਮਦਾਏ, ਕਥਾ ਕੀਰਤਨ ਕਰਹਿ ਬਨਾਏ। ਤਹਾਂ ਜਾਏ ਸੰਧਿਆ ਅਰ ਪ੍ਰਾਤੀ, ਧਰੋ ਪ੍ਰੀਤ ਕਰ ਮਤ ਕੋ ਰਾਤੀ। ਫਿਰ ਰੁੱਤ ਤੀਜੀ, ਅਧਿਆਏ 63ਵੇਂ ਵਿੱਚ ਵੀ ਕਵੀ ਜੀ ਲਿਖਦੇ ਹਨ,
ਮੁਖ ਤੇ ਆਰ ਮਨ ਤੇ ਸਦਾ ਲਿਵ ਨਾਮ ਲਗਾਵੇ। ਹਾਥਨ ਤੇ ਕਰ ਟਹਿਲ ਕੋ ਸਿੱਖ ਸੰਤ ਰਜਾਵੇ। ਸੋ ਮਨ ਪਿਆਰੋ ਅਧਿਕ ਹੈ ਬਸ ਰਹੋ ਸਦੀਵਾ। ਕਰਨੀ ਉੱਚੀ ਨਿਤ ਕਰੈ ਰਾਖੈ ਮਨ ਨੀਵਾ। ਕਰਨੀ ਉੱਚੀ ਨਿਤ ਕਰੈ ਰਾਖੈ ਮਨ ਨੀਵਾ। ਇੱਕ ਵੇਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਛਕਣ ਲਈ ਜਲ ਮੰਗਿਆ ਤਾਂ ਇੱਕ ਸਿੱਖ ਲੜਕੇ ਨੇ ਜਲ ਦਾ ਕਟੋਰਾ ਭਰ ਲਿਆਂਦਾ। ਤਦ ਉਸ ਦੇ ਕੋਮਲ ਹੱਥ ਦੇਖ ਕੇ ਸਾਹਿਬਾਂ ਪੁੱਛਿਆ, ਭਾਈ ਤੇਰੇ ਹੱਥ ਇਤਨੇ ਕੋਮਲ ਕਿਉਂ ਹਨ? ਤਦ ਲੜਕੇ ਨੇ ਕਿਹਾ, ਸੱਚੇ ਪਾਤਸ਼ਾਹ ਜੀ, ਮੈਂ ਇਹਨਾਂ ਹੱਥਾਂ ਨਾਲ ਕਦੇ ਕੋਈ ਕੰਮ ਨਹੀਂ ਕੀਤਾ, ਕੇਵਲ ਅੱਜ ਤੁਹਾਡੇ ਲਈ ਜਲ ਲਿਆਇਆ। ਸਾਹਿਬਾਂ ਨੇ ਉਹ ਕਟੋਰਾ ਪਾਣੀ ਦਾ ਡੋਲ ਦਿੱਤਾ ਤੇ ਕਿਹਾ, ਭਾਈ ਤੇਰੇ ਹੱਥ ਅਪਵਿੱਤਰ ਹਨ, ਕਿਉਂਕਿ ਜੋ ਪੁਰਸ਼ ਸੇਵਾ ਨਹੀਂ ਕਰਦਾ ਉਹਦੇ ਹੱਥ ਅਪਵਿੱਤਰ ਹੁੰਦੇ ਹਨ ਤੇ ਸੇਵਾ ਕਰਕੇ ਪਵਿੱਤਰ ਹੁੰਦੇ ਹਨ। ਸੋ ਤੂੰ ਅੱਜ ਭਾਈ ਅੱਜ ਤਾਈਂ ਸਾਧ ਸੰਗਤ ਦੀ ਸੇਵਾ ਨਹੀਂ ਕੀਤੀ। ਇਸ ਵਾਸਤੇ ਪਵਿੱਤਰ ਹੋਣ ਲਈ ਸਤਿਗੁਰੂ ਜੀ ਨੇ ਉਸ ਨੂੰ ਇਸ ਪ੍ਰਕਾਰ ਉਪਦੇਸ਼ ਦਿੱਤਾ। ਇਹ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰੁੱਤ ਚੌਥੀ ਹੈ। ਸੁਣ ਸਿੱਖਾ ਗੁਰਮਤਿ ਇਹ ਸਾਰ, ਸਤ ਸੰਗਤ ਕੀ ਸੇਵ ਉਦਾਰ। ਹਾਥ ਪਵਿੱਤਰ ਟਹਿਲ ਤੇ ਜਾਨੋ, ਪਦ ਪਵਿੱਤਰ ਗੁਰ ਦਰਸ ਧਿਆਨੋ। ਜਿਸ ਮੁਰਦੇ ਕੋ ਅੰਗ ਅਪਾਵਨ, ਸੁਖਚਤ ਸਭ ਨਹਿ ਕਰੇ ਸੁਹਾਵਨ। ਬਿਨਾ ਸੇਵ ਸਤ ਸੰਗਤ ਕੇਰੀ, ਦੇਹ ਅਪਾਵਨ ਤਿਮ ਨਰ ਕੀਰੀ। ਸੋ ਇਹਨਾਂ ਗੁਰੂ ਜੀ ਦੇ ਉਪਦੇਸ਼ਾਂ ਤਥਾ ਭਾਈ ਗੁਰਦਾਸ ਜੀ ਦੇ ਸ਼ਬਦਾਂ ਤੇ ਇਤਿਹਾਸਕ ਪ੍ਰਮਾਣਾਂ ਤੋਂ ਪਤਾ ਲੱਗਦਾ ਹੈ ਕਿ ਜੀਵ ਦੁਨੀਆ ਵਿੱਚ ਆ ਕੇ ਸੇਵਾ ਕਰਕੇ ਹੀ ਪਵਿੱਤਰ ਹੋ ਸਕਦਾ ਹੈ ਤੇ ਜਨਮ ਮਰਨ ਤੋਂ ਰਹਿਤ ਹੋ ਸਕਦਾ ਹੈ। ਸੇਵਾ ਵੀ ਦੋ ਪ੍ਰਕਾਰ ਦੀ ਹੈ, ਇੱਕ ਸਕਾਮ ਸੇਵਾ, ਇੱਕ ਨਿਸਕਾਮ ਸੇਵਾ। ਭਾਵੇਂ ਇਹ ਦੋਵੇਂ ਹੀ ਉੱਤਮ ਹਨ, ਕਿਉਂਕਿ ਸਿੱਖ ਨੇ ਜੋ ਕੁਝ ਮੰਗਣਾ ਗੁਰੂ ਜੀ ਕੋਲੋਂ ਹੀ ਮੰਗਣਾ ਹੈ ਤੇ ਗੁਰੂ ਜੀ ਇੱਛਾ ਪੂਰਕ ਹਨ, ਪੂਰੀਆਂ ਕਰਦੇ ਹਨ। ਪਰ ਇਸ ਸਕਾਮ ਜੋ ਕੁਝ ਮੰਗਣ ਦੇ ਲਈ ਕੀਤੀ ਜਾਏ, ਸੇਵਾ ਨਾਲੋਂ ਨਿਸ਼ਕਾਮ ਇੱਛਾ ਤੋਂ ਰਹਿਤ ਹੋ ਕੇ ਸੇਵਾ ਕਰਨੀ ਸੇਵਾ ਉੱਤਮ ਹੈ। ਇਸ ਸੇਵਾ ਦੇ ਕਰਨ ਲਈ ਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਵਿੱਚ ਐਉਂ ਉਪਦੇਸ਼ ਦਿੰਦੇ ਹਨ, ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੋ ਇਸ ਸੇਵਾ ਦੇ ਕਰਨ ਵਾਲਾ ਗੁਰੂ ਨਿਰੰਕਾਰ ਦੇ ਚਰਨਾਂ ਦੀ ਸੇਵਾ ਕਰਦਾ ਕਰਦਾ ਉਸ ਦੇ ਚਰਨਾਂ ਨਾਲ ਅਭੇਦ ਹੋ ਜਾਂਦਾ ਹੈ। ਤਾਂ ਤੇ ਹਰ ਇੱਕ ਮਨੁੱਖ ਮਾਤਰ ਦਾ ਧਰਮ ਹੈ ਕਿ ਅਨਾਥਾਂ ਗਰੀਬਾਂ ਦੀ ਸੇਵਾ ਕਰਦਾ ਹੋਇਆ ਗੁਰੂ ਘਰ ਦੀ ਸੇਵਾ ਕਰੇ ਤੇ ਇਹੋ ਹੀ ਮੁੱਖ ਕਰਤਵ ਸਮਝਦਾ ਹੋਇਆ ਸੰਸਾਰ ਸਾਗਰ ਤੋਂ ਪਾਰ ਹੋ ਜਾਵੇ। ਇੱਥੇ ਇਸ ਲੇਖ ਦੀ ਸਮਾਪਤੀ ਤੇ ਭਾਈ ਭਗਤ ਜੀ ਗਿਆਨੀ ਭਗਤ ਸਿੰਘ ਜੀ ਲਿਖਦੇ ਹਨ ਕਵਿਤ, ਧਿਆਨ ਦੇਣਾ। ਉਹ ਲਿਖਦੇ ਹਨ, ਬਿਨਾ ਸੇਵਾ ਜੀਵਣਾ ਤ੍ਰਿਗ ਸਦਾ ਦੁਨੀ ਮਾਹੇ। ਬਿਨਾ ਸੇਵਾ ਜੀਵਣਾ ਤ੍ਰਿਗ ਸਦਾ ਦੁਨੀ ਮਾਹੇ। ਸੇਵਾ ਕਰ ਅੰਗ ਹੋਵੇ ਸਫਲੇ ਸੰਸਾਰ ਜੀ। ਬਿਨਾ ਸੇਵਾ ਕਰਨੀ ਕਮਾਈ ਕਿਸੇ ਲੇਖੈ ਨਾਹੀ। ਸੇਵਾ ਕਰ ਸਫਲੇ ਹੈ ਸਾਰੇ ਘਰ ਬਾਰ ਜੀ। ਬਿਨਾ ਸੇਵਾ ਮਿਲਦਾ ਨਾ ਸਤ ਤੇ ਸੰਤੋਖ ਜਗ। ਸੇਵਾ ਕਰ ਹੋਵੇ ਸਭ ਸਫਲ ਵਿਹਾਰ ਜੀ। ਤਾਂ ਤੇ ਭਗਤ ਸੇਵਾ ਕਰ ਪਾਈਐ ਪਰਮ ਪਦ। ਕੱਟ ਕੇ 84 ਹੋਵੇਂ ਸਿੰਧ ਭਾਵ ਪਾਰ ਜੀ। ਤਾਂ ਤੇ ਭਗਤ ਸੇਵਾ ਕਰ ਪਾਈਐ ਪਰਮ ਪਦ। ਕੱਟ ਕੇ 84 ਹੋਵੇਂ ਸਿੰਧ ਭਾਵ ਪਾਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।